ਵਾਹਿਗੁਰੂ जी का खालसा वाहिगुरू जी की फतेह। मैं आस करदा तुसी सारे तंदुरुस्त होवोगे, ठीक ठाक होवोगे। अज रूबरू होण दी जिहड़ी वजह वो ये है कि साडे संयुक्त किसान मोर्चे ने, साडी लीडरशिप ने एक नवां प्रोग्राम दिता या नवे प्रोग्राम दिते आ। आउण वाले दिनां च किसानी मोर्चे नूं, साडे जिहड़े मोर्चे नूं गांह ਵਧਾਉਣ ਵਾਸਤੇ ਜਾਂ ਚਲਾਉਣ ਵਾਸਤੇ। ਹੁਣ ਇਹ ਗੱਲ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਸ ਮਸਲੇ ਨਾਲ, ਇਸ ਮੁੱਦੇ ਨਾਲ, ਸਾਡੇ ਸੰਘਰਸ਼ ਨਾਲ ਅਸੀਂ ਜੁੜੇ ਹੋਏ ਆ। ਲੜਾਈ ਕਿਸਾਨੀ ਤੱਕ ਕੱਲੀ ਸੀਮਤ ਨਹੀਂ ਆ, ਲੜਾਈ ਸਾਡੀ ਹੋਂਦ ਦੀ ਆ, ਲੜਾਈ ਸਾਡੀ ਪਛਾਣ ਦੀ ਆ, ਲੜਾਈ ਸਾਡੇ ਵਾਸਤੇ ਸਾਡੀਆਂ ਉਹ ਜ਼ਮੀਨਾਂ ਦੀ ਆ ਜਿਹਦੇ ਨਾਲ ਸਾਡਾ ਸੱਭਿਆਚਾਰ ਜੁੜਿਆ ਹੋਇਆ, ਜਿਹਦੇ ਨਾਲ ਸਾਡੀ ਸਿਆਸਤ ਜੁੜੀ ਹੋਈ ਆ, ਜਿਹਦੇ ਨਾਲ ਸਾਡੀ ਮਾਂ ਬੋਲੀ ਜੁੜੀ ਆ, ਜਿਹਦੇ ਨਾਲ ਪੰਜਾਬ ਜਾਂ ਉੱਥੇ ਵਸਦੇ ਲੋਕ, ਉਹਨਾਂ ਦੀਆਂ ਰੂਹਾਂ ਜੁੜੀਆਂ। ਸੋ ਇਹਨਾਂ ਗੱਲਾਂ ਨੂੰ ਸਮਝਣ ਲਈ ਬੜੇ ਲੰਬੇ ਸਮੇਂ ਤੋਂ ਆਪਾਂ ਗੱਲਾਂ ਕਰਦੇ ਆ ਰਹੇ ਹਾਂ, ਇੱਕ ਬਿਰਤਾਂਤ ਰਚਦੇ ਆ ਰਹੇ ਹਾਂ, ਆਪਦਾ ਨੈਰੇਟਿਵ ਦਿੰਦੇ ਆ ਰਹੇ ਹਾਂ। ਅੱਜ ਜੋ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ, ਸਾਡੀ ਲੀਡਰਸ਼ਿਪ ਵੱਲੋਂ ਸਾਹਮਣੇ ਆਏ ਆ ਵੀ 8 ਮਿੰਟ ਹੌਰਨ ਵਜਾਓ ਜਾਂ ਟ੍ਰੈਫਿਕ ਕਿਤੇ ਘੰਟੇ 2 ਘੰਟਿਆਂ ਲਈ ਆਪਾਂ ਰੋਕਾਂਗੇ, ਪਰ ਉਹਦੇ 'ਚ ਟ੍ਰੈਫਿਕ ਨਹੀਂ ਰੋਕਣਾ। ਸਟੇਟ ਹਾਈਵੇ 'ਤੇ ਉਹਦੇ 'ਤੇ ਪ੍ਰਦਰਸ਼ਨ ਕੀਤਾ ਜਾਊਗਾ, ਨੈਸ਼ਨਲ ਹਾਈਵੇ 'ਤੇ ਔਰਤਾਂ ਸਿਲੰਡਰ ਲੈ ਕੇ ਘਰੋਂ ਬਾਹਰ ਆਉਣ, ਬਿਜਲੀ ਤੇ ਪੈਟਰੋਲ ਦੇ ਜਿਹੜੇ ਮੁੱਲ ਵਧੇ ਆ ਜਾਂ ਡੀਜ਼ਲ ਦੇ ਵਧੇ ਆ ਉਹਦੇ 'ਤੇ ਵੀ ਪ੍ਰਦਰਸ਼ਨ ਕੀਤਾ ਜਾਊਗਾ। ਇਹਦੇ ਲਈ ਸਾਡੀ ਲੀਡਰਸ਼ਿਪ ਨੂੰ ਮੈਂ ਇਹ ਕਹਿ ਰਿਹਾ ਵੀ ਸਾਨੂੰ ਮੁੜ ਤੋਂ ਸਾਡਾ ਮੋਰਚਾ ਕਿੱਥੇ ਖੜਾ ਜਾਂ ਅੱਜ ਮੋਰਚੇ ਦੀ ਬਣਤਰ ਕੀ ਆ, ਇਹਨੂੰ ਐਨਾਲਾਈਜ਼ ਕਰਨ ਦੀ ਜ਼ਰੂਰਤ ਆ। ਉਹ ਇਸ ਕਰਕੇ ਜ਼ਰੂਰਤ ਆ ਵੀ ਜਿਸ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਦੇ ਰਹੇ ਹੋ ਉਹਦਾ ਲੋਕਾਂ ਦੇ ਰਿਸੋਰਸਿਸ, ਲੋਕਾਂ ਦਾ ਟਾਈਮ ਇਹ ਤੋਂ ਵੇਸਟ ਕਰਾਉਣ ਤੋਂ ਵੱਧ ਕੋਈ ਮਤਲਬ ਨਹੀਂ ਆ। ਔਰ ਇਹਦਾ ਇੱਕ ਮਤਲਬ ਹੋਰ ਆ ਵੀ ਮੋਰਚੇ ਨੂੰ ਤੁਸੀਂ ਉਹਦੇ ਸਲੋ ਡੈਥ ਵੱਲ ਲੈ ਕੇ ਜਾ ਰਹੇ ਹੋ ਤੇ ਲੋਕਾਂ ਨੂੰ ਵਾਰ-ਵਾਰ ਧੱਕ ਰਹੇ ਹੋ ਇਸ ਮੋਰਚੇ 'ਚ, ਜਿਹਦਾ ਰਿਜ਼ਲਟ ਕੁਛ ਨਹੀਂ ਨਿਕਲਣਾ। ਇਸ ਮੋਰਚੇ ਨੇ ਹੌਲੀ-ਹੌਲੀ ਕਿਸੇ ਇੱਕ ਡੈਡ ਐਂਡ ਤੇ ਜਾ ਕੇ ਖੜ ਜਾਣਾ। ਇਹੋ ਜਿਹੇ ਪ੍ਰੋਗਰਾਮ, ਲੜਾਈ ਅਸੀਂ ਸਟੇਟ ਨਾਲ ਲੜ ਰਹੇ ਹਾਂ, ਲੜਾਈ ਅਸੀਂ ਸਰਕਾਰ ਨਾਲ ਲੜ ਰਹੇ ਹਾਂ। ਤੁਸੀਂ ਆਪ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕਿਸਾਨੀ ਦੀ ਜਾਂ ਕਿਸਾਨ ਦੇ ਹਿੱਤਾਂ ਦੀ ਲੜਾਈ ਆ, ਇਹਨੂੰ ਇਹ ਤੋਂ ਬਾਹਰ ਨਾ ਲੈ ਕੇ ਜਾਇਆ ਜਾਵੇ। ਹੁਣ ਤੁਸੀਂ ਆਪ ਹੀ ਜਿਹੜੇ ਪ੍ਰੋਗਰਾਮ ਦੇ ਰਹੇ ਹੋ, ਉੱਥੇ ਬਿਜਲੀ ਦੇ ਮੁੱਲ ਵੀ ਵਧਾਤੇ, ਉਹਦਾ ਵੀ ਕੋਈ ਪ੍ਰੋਗਰਾਮ ਦੇ ਰਹੇ ਹੋ, ਗੈਸ ਸਿਲੰਡਰ ਦੇ ਮੁੱਲ ਵਧਾਤੇ, ਉਹਦਾ ਪ੍ਰੋਗਰਾਮ ਦੇ ਰਹੇ ਹੋ, ਇੱਕ ਪਾਸੇ ਤੁਸੀਂ ਪੈਟਰੋਲ ਡੀਜ਼ਲ ਦੇ ਮੁੱਲ ਵਧਾਤੇ, ਉਹਦਾ ਪ੍ਰੋਗਰਾਮ ਦੇ ਰਹੇ ਹੋ। ਸੋ ਕਿਸਾਨੀ ਹਿੱਤਾਂ ਦੀ ਜਾਂ ਕਿਸਾਨਾਂ ਦੀ ਗੱਲ ਇੱਥੇ ਕਿੱਥੇ ਰਹਿ ਗਈ? ਸੋ ਪਹਿਲਾਂ ਤੁਸੀਂ ਇਹ ਡਿਸਾਈਡ ਕਰੋ ਵੀ ਤੁਸੀਂ ਜਿਹੜੀ ਗੱਲ ਇੱਕ ਸਮੇਂ ਤੇ ਮੈਂ ਬਾਰ-ਬਾਰ ਕਰਦਾ ਰਿਹਾ ਵੀ ਇਹ ਪੋਲੀਟੀਕਲ ਸ਼ਿਫਟ, ਸਟਰਕਚਰਲ ਸ਼ਿਫਟ ਦੀ ਜ਼ਰੂਰਤ ਹੈ। ਇੱਥੇ ਪੋਲੀਟੀਕਲ ਸ਼ਿਫਟ ਦੀ ਵੀ ਜ਼ਰੂਰਤ ਨਹੀਂ ਆ। ਤੁਸੀਂ ਇਸ ਮੋਰਚੇ ਨੂੰ ਅੰਨਾ ਹਜ਼ਾਰੇ ਦਾ ਅੰਦੋਲਨ ਨਾ ਬਣਾਓ ਵੀ ਤੁਹਾਨੂੰ ਲੱਗਦਾ ਵੀ ਅਸੀਂ ਇਸ ਸਰਕਾਰ ਨੂੰ ਲਾ ਕੇ ਤੇ ਦੂਜੀ ਸਰਕਾਰ ਲੈ ਆਵਾਂਗੇ ਤਾਂ ਕੋਈ ਸਾਨੂੰ ਹੱਲ ਮਿਲ ਜੂ। ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਕਾਂਗਰਸ ਨੂੰ ਲਾ ਕੇ ਬੀਜੇਪੀ ਆ ਗਈ, ਹੱਲ ਮਿਲ ਗਿਆ। ਉਹਨੇ ਜਿਹੜਾ ਮੋਰਚਾ ਉਸ ਟਾਈਮ ਅੰਦੋਲਨ ਕੀਤਾ ਸੀ ਉਹ ਕਿਸੇ ਮਹਿੰਗਾਈ ਤੇ, ਕਿਤੇ ਕਰਪਸ਼ਨ ਤੇ, ਇਹਨਾਂ ਗੱਲਾਂ ਤੇ ਕੀਤਾ ਸੀ। ਤੇ ਉਸ ਅੰਦੋਲਨ ਤੋਂ ਬਾਅਦ ਵੀ ਜਦੋਂ ਕੋਈ ਨਵੀਂ ਸਰਕਾਰਾਂ ਬਣੀਆਂ ਉਹ ਪ੍ਰੋਬਲਮਸ ਐਗਰੀਵੇਟ ਹੀ ਹੋਈਆਂ, ਵਧੀਆਂ ਨਹੀਂ ਆ ਤੇ ਘਟੀਆਂ ਨਹੀਂ ਇਹ ਕਦੇ। ਸੋ ਜਦੋਂ ਤੱਕ ਇਹ ਇੱਕ ਸਟਰਕਚਰਲ ਚੇਂਜ ਨਹੀਂ ਲੈ ਕੇ ਆਉਂਦੇ, ਅਸੀਂ ਜਿਹਨੂੰ ਪੋਲੀਟੀਕਲ ਸਟਰਕਚਰਲ ਚੇਂਜ ਕਹਿੰਦੇ ਆ, ਤੇ ਅਸੀਂ ਇਹ ਸੋਚਾਂਗੇ ਵੀ ਇਹ ਪ੍ਰੋਬਲਮ ਸੋਲਵ ਹੋ ਜਾਣਗੀਆਂ ਜਾਂ ਤੁਹਾਡੇ ਦਿੱਤਿਆਂ ਇਹ ਪ੍ਰੋਬਲਮਸ ਸੋਲਵ ਹੋ ਜਾਣਗੀਆਂ ਜਾਂ ਲੋਕ ਇਹਨਾਂ ਲਈ ਜਾਗਰੂਕ ਹੋ ਕੇ ਸਰਕਾਰ ਨੂੰ ਲਾ ਕੇ ਨਵੀਂ ਸਰਕਾਰ ਬਹਾ ਦੇਣਗੇ, ਫਿਰ ਅਸੀਂ ਇਹ ਡਿਸਾਈਡ ਕਰੀਏ ਵੀ ਸਾਡੀ ਲੜਾਈ ਹੈ ਕੀ। ਸਾਡੀ ਲੜਾਈ ਕਿਸਾਨੀ ਦੀ ਲੜਾਈ ਆ ਕਿ ਸਾਡੀ ਇੱਕ ਪੋਲੀਟੀਕਲ ਸ਼ਿਫਟ ਦੀ ਲੜਾਈ ਆ ਜਿਹਨੇ ਇਸ ਮਸਲੇ ਨੂੰ ਹੱਲ ਨਹੀਂ ਕਰਨਾ ਉਦੋਂ ਤੱਕ ਜਦੋਂ ਤੱਕ ਅਸੀਂ ਸਟਰਕਚਰਲ ਚੇਂਜਸ ਨਹੀਂ ਲੈ ਕੇ ਆਉਂਦੇ। ਸੋ ਮੈਂ ਬੇਨਤੀ ਇਹੀ ਕਰਾਂਗਾ ਵੀ ਆਪਾਂ ਕਿਸਾਨੀ ਤੇ ਰਹੀਏ, ਕਿਸਾਨੀ ਦੇ ਹਿੱਤਾਂ ਨੂੰ ਜਾਂ ਇਹਨਾਂ ਬਿੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੋਗਰਾਮ ਦਈਏ। ਲੋਕ ਤੁਸੀਂ ਮੋਰਚੇ ਨੂੰ ਦਿੱਲੀੋਂ ਲੈ ਕੇ ਪੰਜਾਬ ਵੱਲ ਨੂੰ ਧੱਕ ਦਿੰਦੇ ਹੋ, ਇਹ ਤਾਂ ਪਤਾ ਹੀ ਆ ਪੰਜਾਬ ਤੇ ਹਰਿਆਣੇ ਦੇ ਲੋਕ ਤੁਹਾਡੇ ਨਾਲ ਜੁੜੇ ਹੋਏ ਆ। ਪੰਜਾਬ ਤੇ ਹਰਿਆਣੇ ਨੂੰ ਨਹੀਂ ਤੁਸੀਂ ਤੰਗ ਕਰਨਾ, ਤੁਸੀਂ ਦਿੱਲੀ ਨੂੰ ਤੰਗ ਕਰਨਾ। ਇਹ ਸੋਚੋ ਪੰਜਾਬ 'ਚ ਸਾਡੀਆਂ ਬੁੜੀਆਂ ਘਰੋਂ ਬਾਹਰ ਸਿਲੰਡਰ ਲੈ ਕੇ ਆਉਣ, ਇਹ ਮਕਸਦ ਨਹੀਂ ਆ ਸਾਡਾ। ਸਾਡਾ ਮਕਸਦ ਕੀ ਆ? ਸਾਡਾ ਮਕਸਦ ਅਸੀਂ ਕਹਿੰਦੇ ਆ ਵੀ ਦਿੱਲੀ ਘੇਰੀ ਬੈਠੇ ਆ
ਅੱਜ ਦੀ ਜੇ ਅਸੀਂ ਮੋਰਚੇ ਦੀ ਬਣਤਰ ਦੇਖੀਏ ਤਾਂ ਇਹ ਗੱਲ ਬਿਲਕੁਲ ਝੂਠ ਆ ਵੀ ਅਸੀਂ ਦਿੱਲੀ ਨਹੀਂ ਘੇਰੀ ਬੈਠੇ। ਦਿੱਲੀ ਅਸੀਂ ਘੇਰੀ ਸੀ 26 ਨਵੰਬਰ ਤੋਂ 26 ਜਨਵਰੀ ਤਾਈਂ। ਉਦੋਂ ਬਾਅਦ ਅਸੀਂ ਦਿੱਲੀ 'ਚ ਇੱਕ ਇਹੋ ਜਿਹੀ ਜਗ੍ਹਾ ਬਣਾ ਲਈ ਜਿੱਥੇ ਅਸੀਂ ਆਪਦਾ ਇੱਕ ਕੰਫਰਟ ਜਿਹਾ ਕ੍ਰੀਏਟ ਕਰ ਲਿਆ, ਜਿਹਦੇ ਨਾਲ ਦਿੱਲੀ ਨੂੰ ਜਾਂ ਦਿੱਲੀ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਉੱਥੇ ਅਸੀਂ ਬੈਠੇ ਹਾਂ, ਆਪਦਾ ਕੰਫਰਟ ਕ੍ਰੀਏਟ ਕਰ ਲਿਆ, ਤੇ ਮੋਰਚੇ ਦਾ ਜਿਹੜਾ ਸਾਰਾ ਪ੍ਰੈਸ਼ਰ ਸੀ ਜਾਂ ਇੱਕ ਸਾਡੀ ਪਾਵਰ ਸੀ, ਇੱਕ ਪਾਸੇ ਜੇ ਸਰਕਾਰ ਦੀ ਪਾਵਰ ਸੀ ਤਾਂ ਇੱਕ ਪਾਸੇ ਸਾਡੀ ਵੀ ਪਾਵਰ ਸੀ। ਅਸੀਂ ਸਰਕਾਰ ਨੂੰ ਇਹ ਕਹਿ ਕੇ ਡਰਾਉਂਦੇ ਸੀ ਵੀ ਆਹ ਲੋਕ ਆ ਜਿਹੜੇ ਸਾਡੀ ਪਾਵਰ ਆ ਤੇ ਤੁਸੀਂ ਆਪਦੀ ਪਾਵਰ ਮਿਸਯੂਜ਼ ਨਾ ਕਰੋ, ਨਹੀਂ ਤਾਂ ਸਾਨੂੰ ਵੀ ਕੁਝ ਕਰਨਾ ਪਊਗਾ। ਉਹ ਪਾਵਰ ਵੀ ਤੁਸੀਂ ਖਤਮ ਕਰ ਲਈ। 26 ਤਰੀਕ ਨੂੰ ਸਰਕਾਰ ਕੋਲੇ ਤਾਂ ਹਮੇਸ਼ਾ ਹੀ ਕਿਸੇ ਵੀ ਸਟੇਟ ਕੋਲੇ ਇਹ ਪਾਵਰ ਹੁੰਦੀ ਆ ਇੱਕ ਨੈਰੇਟਿਵ ਚਲਾਉਣ ਦੀ, ਵੀ ਜੋ ਤੁਸੀਂ ਪ੍ਰੋਗਰਾਮ ਦਿੱਤਾ ਉਹਨੂੰ ਇਸ ਢੰਗ ਨਾਲ ਪੇਸ਼ ਕਰਦੇ ਆ ਵੀ ਬਹੁਤ ਵੱਡੀ ਕੋਈ ਗਲਤੀ ਹੋ ਗਈ ਤੇ ਇਸ ਗਲਤੀ ਕਾਰਨ ਤੁਹਾਡੇ ਤੇ ਕੋਈ ਰਿਪਰੈਸ਼ਨ ਵੀ ਹੋ ਸਕਦਾ ਜਾਂ ਤੁਹਾਡੇ ਤੇ ਜ਼ੁਲਮ ਹੋ ਸਕਦਾ। ਇਹ ਤਾਂ ਸਰਕਾਰ ਦਾ ਇੱਕ ਚਲਾਇਆ ਹੋਇਆ ਬਿਰਤਾਂਤ ਸੀ, ਨੈਰੇਟਿਵ ਸੀ। ਇਸ ਬਿਰਤਾਂਤ ਨੂੰ ਦੋ ਢੰਗਾਂ ਨਾਲ ਲੜਨਾ ਸੀ ਆਪਾਂ, ਇੱਕ ਤਾਂ ਮਾਨਸਿਕ ਤੌਰ ਤੇ, ਸਾਈਕੋਲੋਜੀਕਲ ਤੌਰ ਤੇ, ਤੇ ਇੱਕ ਫਿਜ਼ੀਕਲੀ ਵੀ। ਅਸੀਂ ਉੱਥੇ ਲੀਡਰਸ਼ਿਪ ਨੇ ਸਾਡੀ ਨੇ ਆਈਡੈਂਟੀਫਾਈ ਨਹੀਂ ਕੀਤਾ ਇਸ ਗੱਲ ਨੂੰ। ਮਾਨਸਿਕ ਲੜਾਈ ਤਾਂ ਹਾਰੀ ਫਿਜ਼ੀਕਲ ਲੜਾਈ ਵੀ ਹਾਰ ਗਈ, ਤੇ ਉੱਥੋਂ ਸਾਡੇ ਬੰਦਿਆਂ ਨੂੰ ਤੋੜਤਾ, ਨੌਜਵਾਨਾਂ ਨੂੰ ਤੋੜਤਾ, ਔਰ ਇੰਟਰਨਲ ਜਿਹੜਾ ਸਾਡੇ ਆਪਦੇ ਗਰੁੱਪ ਸੀ, ਜਿਵੇਂ ਮੇਰੇ ਵਰਗੇ ਉੱਥੇ ਬੈਠੇ ਸੀ, ਹੋਰ ਬੜੇ ਬੰਦੇ ਬੈਠੇ ਸੀ, ਸੰਸਥਾਵਾਂ ਬੈਠੀਆਂ ਸੀ, ਉਹਨਾਂ ਨੂੰ ਵੀ ਤੋੜਤਾ ਤੇ ਉਹਨਾਂ ਤੇ ਜਿਹੜਾ ਹਥਿਆਰ ਜਾਂ ਜਿਹੜੇ ਹਥਿਆਰ ਸਰਕਾਰ ਵੱਲ ਕਰਕੇ ਚਲਾਉਣੇ ਸੀ ਉਹ ਆਪਦੇ ਬੰਦਿਆਂ ਤੇ ਹੀ ਚਲਾਉਣ ਲੱਗ ਗਏ। ਸੋ ਤੁਸੀਂ ਜਿਹੜੀ ਇੱਕ ਆਪਦੀ ਪਾਵਰ ਸੀ ਨਾ ਲੋਕਾਂ ਦੀ, ਉਹ ਖੋਹ ਲਈ, ਔਰ ਲੋਕਾਂ ਨੇ ਜਾਂ ਇਸ ਮੋਰਚੇ ਨੇ ਉਦੋਂ ਤੱਕ ਰਿਵਾਈਵ ਨਹੀਂ ਹੋਣਾ ਜਦੋਂ ਤੱਕ ਤੁਸੀਂ ਆਪਦੀਆਂ ਗਲਤੀਆਂ ਨੂੰ ਆਈਡੈਂਟੀਫਾਈ ਨਹੀਂ ਕਰੋਗੇ, ਜਦੋਂ ਤੱਕ ਤੁਸੀਂ ਅੱਜ ਮੋਰਚੇ 'ਚ ਜੋ ਅਸੀਂ ਖੜੇ ਕਿੱਥੇ ਆ, ਸਾਡੀ ਪਾਵਰ ਕਿੱਥੇ ਆ, ਉਹਨੂੰ ਆਈਡੈਂਟੀਫਾਈ ਨਹੀਂ ਕਰੋਗੇ, ਉਦੋਂ ਤੱਕ ਜੇ ਅਸੀਂ ਕਹੀਏ ਮੋਰਚੇ ਨੂੰ ਰਿਵਾਈਵ ਕਰ ਲਾਂਗੇ ਤਾਂ ਇਹ ਸਾਡੀ ਖੁਸ਼ਫਹਿਮੀ ਆ। ਲੜਾਈ ਅਸੀਂ ਬਿੱਲਾਂ ਨੂੰ ਰੱਦ ਕਰਾਉਣ ਦੀ ਕਰ ਰਹੇ ਹਾਂ, ਲੜਾਈ ਅਸੀਂ ਯੈਸ ਤੇ ਨੋ ਦੀ ਲੜ ਰਹੇ ਹਾਂ, ਪਰ ਯੈਸ ਤੇ ਨੋ ਵਾਲੀ ਸਾਡੇ ਕੋਲੇ ਪਾਵਰ ਹੈਗੀ ਆ। ਇਹ ਤੁਸੀਂ ਆਪਦੇ ਆਪ ਨੂੰ ਪੁੱਛ ਕੇ ਦੇਖ ਲਓ, ਮੰਨੋ ਚਾਹੇ ਨਾ ਮੰਨੋ, ਸਾਡੇ ਕੋਲੇ ਅੱਜ ਨੈਗੋਸੀਏਸ਼ਨ ਦੀ ਪਾਵਰ ਵੀ ਨਹੀਂ ਆ, ਤੇ ਯੈਸ ਨੋ ਦੀ ਪਾਵਰ ਤਾਂ ਸਾਡੇ ਕੋਲੇ ਮੈਨੂੰ ਲੱਗਦਾ 26 ਜਨਵਰੀ ਨੂੰ ਅਸੀਂ ਖੋਹਤੀ ਸੀ। ਸੋ ਜੇ ਅੱਜ ਤੁਸੀਂ ਡਾਇਲੌਗ ਵੀ ਸਟਾਰਟ ਕਰਦੇ ਹੋ, ਤੁਹਾਡੇ ਕੋਲੇ ਉੱਥੇ ਵੀ ਤੁਹਾਨੂੰ ਕੁਝ ਨਹੀਂ ਮਿਲਣਾ। ਇਸ ਕਰਕੇ ਆਪਦੀ ਪਾਵਰ ਨੂੰ, ਇੱਕ ਤਾਂ ਪ੍ਰੈਜ਼ੈਂਟ ਮੋਰਚਾ ਖੜਾ ਕਿੱਥੇ ਆ, ਤੇ ਆਪਦੀ ਪਾਵਰ ਨੂੰ ਆਈਡੈਂਟੀਫਾਈ ਕਰੋ। ਜਿਹੜਾ ਬੰਦਾ ਤੁਹਾਨੂੰ ਕੋਈ ਚਾਰ ਗੱਲਾਂ ਆ ਕੇ ਕਹਿੰਦਾ ਔਰ ਤੁਹਾਡੇ ਪ੍ਰੋਗਰਾਮ ਦਿੱਤੇ ਹੋਏ ਉਹਦੇ ਬਾਰੇ ਕੋਈ ਐਨਾਲਾਈਜ਼ ਕਰਕੇ ਤੁਹਾਨੂੰ ਗੱਲ ਦੱਸਦਾ, ਉਹਨੂੰ ਤੁਸੀਂ ਇਹ ਨਾ ਸਮਝੋ ਵੀ ਇਹ ਬੀਜੇਪੀ ਦਾ ਬੰਦਾ, ਤੁਸੀਂ ਇਹੀ ਗੱਲਾਂ ਕਹਿ ਕੇ ਬੀਜੇਪੀ ਦਾ ਬੰਦਾ, ਇਹ ਪਲਾਂਟਡ ਬੰਦਾ। ਮੈਂ ਤਾਂ ਦੂਰ ਬੈਠਾ, ਜੇ ਮੈਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਸੀ, ਤੁਹਾਡੇ ਉਹ ਹਜਮ ਨਹੀਂ ਹੋਇਆ। ਜੇ ਮੈਂ ਪੰਜਾਬ 'ਚ ਰਹਿ ਕੇ ਉੱਥੇ ਲੋਕਾਂ ਨੂੰ ਮਿਲਦਾ ਜਾਂ ਮੋਰਚੇ 'ਚ ਆਉਣਾ, ਤੁਹਾਡੇ ਉਹ ਹਜਮ ਨਹੀਂ ਹੁੰਦਾ। ਔਰ ਇਕੱਲਾ ਮੈਂ ਹੀ ਨਹੀਂ, ਡਾਕਟਰ ਸਵਾਈਮਾਨ ਸਿੰਘ ਵਰਗੇ, ਡਿਪਡਵਾ ਸਾਹਿਬ ਵਰਗੇ, ਹੋਰ ਸਾਡੀਆਂ ਸਿੱਖ ਸੰਸਥਾਵਾਂ, ਤੁਸੀਂ ਜਿਸ ਤਰ੍ਹਾਂ ਉੱਥੋਂ ਇੱਕ ਸਿੱਖ ਸਪਿਰਿਟ ਨੂੰ ਮਾਈਨਸ ਕੀਤਾ। ਆ ਚੰਡੀਗੜ੍ਹ ਉਹਦੇ ਮੰਗ ਪੱਤਰ ਦੇਣ ਗਏ ਹੋ, ਅੱਛਾ ਨੈਰੇਟਿਵ ਕੋਈ ਨਹੀਂ, ਆਈਡੀਆ ਕੋਈ ਨਹੀਂ, ਸਿਰਫ ਉਧਰ ਨੂੰ ਤੁਰੇ ਗਏ ਰਾਹ 2-4 ਟੁੱਟੇ ਜਿਹੇ ਬੈਰੀਕੇਡ ਤੋੜਤੇ, ਤੇ ਸਰਕਾਰ ਨੂੰ ਆਏ ਆ ਵੀ ਇਹਨਾਂ ਦਾ ਬੈਰੀਕੇਡ ਭੰਨ ਕੇ ਖੁਸ਼ ਹੋ ਜਾਂਦੇ ਆ, ਚਲੋ ਇੰਨਾ ਹੀ ਸਹੀ। ਉੱਥੇ ਕੋਈ ਨਿਸ਼ਾਨ ਸਾਹਿਬ ਨਹੀਂ, ਉੱਥੇ ਕਿਸੇ ਤਰ੍ਹਾਂ ਦਾ ਜਿਹੜਾ ਆਪਾਂ ਇਹ ਕਹਿ ਦਈਏ ਵੀ ਜਿਹੜੇ ਝੰਡੇ ਥੱਲੇ ਜਾਂ ਜਿਹੜੇ ਝੰਡੇ ਨੇ ਤੁਹਾਨੂੰ ਦਿੱਲੀ ਜਾ ਕੇ ਬਿਠਾਇਆ ਸੀ, ਜਿਹੜੀਆਂ ਫੌਜਾਂ ਨੇ ਤੁਹਾਨੂੰ ਦਿੱਲੀ ਜਾ ਕੇ ਬਿਠਾਇਆ ਸੀ, ਉਹਨਾਂ ਫੌਜਾਂ ਦੀ ਕੋਈ ਮੌਜੂਦਗੀ ਨਹੀਂ ਸੀ ਉੱਥੇ। ਤੁਸੀਂ ਆਪਦੇ ਆਪ ਨੂੰ ਜਰਨੈਲ ਕਹਿੰਦੇ ਹੋ, ਜਰਨੈਲ 26 ਨਵੰਬਰ ਨੂੰ ਪਿੱਛੇ ਸੀ ਤੇ ਫੌਜਾਂ ਅੱਗੇ ਸੀ। ਜਰਨੈਲ ਨੂੰ ਤਾਂ ਅੱਗੇ ਹੋਣਾ ਚਾਹੀਦਾ ਨਾ, ਪਰ ਫਿਰ ਵੀ ਤੁਹਾਨੂੰ ਮਾਨ ਸਨਮਾਨ ਦਿੱਤਾ, ਤੁਹਾਨੂੰ ਜਰਨੈਲਾਂ ਵਾਂਗੂ ਅੱਗੇ ਜਾ ਕੇ ਬਿਠਾਇਆ ਵੀ ਹੁਣ ਤੁਸੀਂ ਸਰਕਾਰ ਨਾਲ ਲੜੋ। ਉੱਥੇ ਸਭ ਤੋਂ ਵੱਡੀ ਗਲਤੀ ਤੁਸੀਂ ਕੀ ਕੀਤੀ? ਤੁਸੀਂ ਲੈਫਟ ਵਰਸਸ ਰਾਈਟ ਵਿੰਗ ਇੱਕ ਲੜਾਈ ਛੇੜਤੀ, ਜਦੋਂ ਕਿ ਮੋਰਚਾ ਸੈਂਟਰ 'ਚ ਰਹਿਣਾ ਚਾਹੀਦਾ ਸੀ, ਪਰ ਨਹੀਂ, ਉਹ ਪੂਰਾ ਲੈਫਟ ਵਾਲੀ ਧਿਰ ਉੱਥੇ ਹਾਵੀ ਹੋ ਗਈ। ਸੋ ਲੈਫਟ ਨੂੰ ਜਿਹੜਾ ਸਪੋਰਟ ਕਰਦਾ ਸੀ ਮੀਡੀਆ ਜਾਂ ਜਿਹੜੇ ਲੋਕ ਉਹ ਮੋਰਚੇ ਨੂੰ ਸਪੋਰਟ ਕਰਨ ਲੱਗ ਗਏ, ਜਿਹੜੇ ਰਾਈਟ ਵਿੰਗ ਨੂੰ ਜਾਂ ਸਰਕਾਰ ਨੂੰ ਸਪੋਰਟ ਕਰਦਾ ਸੀ ਮੀਡੀਆ ਤੇ ਲੋਕ ਉਹ ਸਰਕਾਰ ਨੂੰ ਸਪੋਰਟ ਕਰਨ ਲੱਗ ਗਏ। ਅਸੀਂ ਇੰਟਰਨੈਸ਼ਨਲ ਜਿੰਨਾ ਪ੍ਰੈਸ਼ਰ ਬਿਲਡ ਕੀਤਾ ਸੀ ਮੋਰਚੇ ਦਾ, ਔਰ ਇੰਟਰਨੈਸ਼ਨਲ ਪ੍ਰੈਸ਼ਰ ਉਦੋਂ ਤੱਕ ਹੀ ਬਿਲਡ ਸੀ ਜਦੋਂ ਤੱਕ ਤੁਸੀਂ ਇਹਨੂੰ ਮੋਰਚੇ ਨੂੰ ਸੈਂਟਰ ਸਪੇਸ 'ਚ ਰੱਖਿਆ, ਜਦੋਂ ਤੱਕ ਉੱਥੇ ਸਿੱਖ ਸਪਿਰਿਟ ਰਹੀ ਆ ਔਰ ਮੋਰਚਾ ਚੜ੍ਹਦੀ ਕਲਾ 'ਚ ਰਿਹਾ, ਤੁਸੀਂ ਉਹਨੂੰ ਵੀ ਉੱਥੋਂ ਮਾਈਨਸ ਕਰਤਾ। ਅੱਜ ਦੀ ਡੇਟ 'ਚ ਮੈਨੂੰ ਇੱਕ ਗੱਲ ਦਾ ਜਵਾਬ
ਆਪਦੀਆਂ ਰੂਹਾਂ ਤੋਂ ਆਪਦੇ ਅੰਦਰੋਂ ਪੁੱਛ ਕੇ ਦੇਖ ਲਓ, ਜਾਂ ਸਾਡੀ ਕਿਸਾਨ ਯੂਨੀਅਨ ਦੇ ਉਹ ਬੰਦੇ ਜਿਹੜੇ ਮੇਰੇ ਤੇ ਅਟੈਕ ਕਰਦੇ ਆ, ਇਹ ਦੇ ਦੇਣ ਵੀ ਮੋਰਚਾ ਚੜ੍ਹਦੀ ਕਲਾ 'ਚ। ਚੜ੍ਹਦੀ ਕਲਾ 'ਚ ਜਦੋਂ ਮੋਰਚਾ ਸੀਗਾ, ਸਾਨੂੰ ਮੋਰਚਾ ਦੱਸਣ ਦੀ ਜ਼ਰੂਰਤ ਨਹੀਂ ਸੀ ਵੀ ਚੜ੍ਹਦੀ ਕਲਾ 'ਚ। ਮੈਂ ਇਹ ਗੱਲਾਂ ਤਾਂ ਕਰ ਰਿਹਾ, ਉਹ ਸਾਡਾ ਸਾਂਝਾ ਮੋਰਚਾ, ਸਾਡੇ ਸਾਂਝੇ ਸਟੇਕਸ ਇਨਵੋਲਡ ਆ। ਸਾਨੂੰ ਇੱਕ ਐਨਾਲਾਈਜ਼ ਕਰਨੀ ਚਾਹੀਦੀ ਆ, ਗੱਲ ਨੂੰ ਪੜਚੋਲ ਕਰਨੀ ਚਾਹੀਦੀ ਆ। ਉਸ ਤੋਂ ਬਾਅਦ ਇਹਨੂੰ ਮੋਰਚੇ ਨੂੰ ਰਿਵਾਈਵ ਕਰਨ ਵਾਸਤੇ ਗਾਂਹ ਨੂੰ ਤੁਰਨਾ ਚਾਹੀਦਾ। ਜਿਹੋ ਜਿਹੇ ਪ੍ਰੋਗਰਾਮ ਅੱਜ ਦਿੱਤੇ ਆ, 8 ਮਿੰਟ ਹਾਰਨ ਵਜਾਓ, ਤੁਹਾਨੂੰ ਪਤਾ ਇਹਦਾ ਮਤਲਬ ਕੀ ਆ? ਕੋਈ ਇਹਦੇ ਤੋਂ ਅਚੀਵ ਕੀ ਹੋਊਗਾ? ਜਾਂ ਇਸ ਗੱਲ ਤੋਂ ਸਰਕਾਰ ਡਰ ਜੂ ਅਸੀਂ ਯੈਸ ਨੋ ਦੀ ਲੜਾਈ ਜਿੱਤ ਜਾਾਂਗੇ? ਸਾਡੇ ਕੋਲੇ ਤਾਂ ਨੈਗੋਸੀਏਸ਼ਨ ਦੀ ਪਾਵਰ ਵੀ ਹੈ ਨਹੀਂ। ਅੱਜ ਸਾਡੇ ਨਾਲ ਤਾਂ ਨੈਗੋਸ਼ੀਏਟ ਵੀ ਨਹੀਂ ਕਰ ਰਹੇ ਹੋ। ਸੋ ਇਹਨਾਂ ਗੱਲਾਂ ਨੂੰ ਵਿਚਾਰਨਾ, ਇਹਨਾਂ ਗੱਲਾਂ ਨੂੰ ਸਮਝਣਾ ਬੜਾ ਜ਼ਰੂਰੀ ਆ। ਅਸੀਂ ਦਿੱਲੀ ਨੂੰ ਘੇਰੀ ਨਹੀਂ ਬੈਠੇ। ਅੱਜ ਅਸੀਂ ਦਿੱਲੀ 'ਚ ਇੱਕ ਜਗ੍ਹਾ ਜੀ ਬਣਾਈ ਬੈਠੇ ਆ ਜਿਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਫਿਰ ਚੜੂਨੀ ਸਾਹਿਬ ਵਰਗੇ ਬੰਦੇ ਆ ਕੇ ਇਹ ਕਹਿ ਦਿੰਦੇ ਆ ਵੀ ਮੇਰਾ ਸੁਜੈਸ਼ਨ ਇਹ ਆ, ਅਸੀਂ ਹੱਥ ਬੰਨ੍ਹ ਕੇ ਦਿੱਲੀ ਨੂੰ ਜਾਈਏ, ਅਸੀਂ ਦਿੱਲੀ ਦੇ ਅੰਦਰ ਮਾਰਚ ਕਰੀਏ। ਬਾਈ ਜੀ, ਗੱਲ ਇਹ ਆ ਵੀ ਅਸੀਂ ਪੀਸਫੁਲ ਮੋਰਚਾ ਚਲਾ ਰਹੇ ਹਾਂ, ਚਲੋ ਮੰਨ ਲਈ ਗੱਲ, ਪਰ ਅਸੀਂ ਗੁਲਾਮ ਤਾਂ ਨਹੀਂ ਹੈ ਨਾ। ਗੁਲਾਮਾਂ ਵਰਗੇ ਪ੍ਰੋਗਰਾਮ ਤਾਂ ਨਾ ਦਿਓ, ਭਿਖਾਰੀਆਂ ਵਰਗੇ ਪ੍ਰੋਗਰਾਮ ਤਾਂ ਨਾ ਦਿਓ ਵੀ ਹੱਥ ਬੰਨ੍ਹ ਕੇ ਦਿੱਲੀ ਨੂੰ ਹੋ ਲਓ। ਭਿਖਾਰੀਆਂ ਨੂੰ ਕੁਝ ਨਹੀਂ ਮਿਲਦਾ ਹੁੰਦਾ। ਬੈਗਰਸ ਕਾਂਟ ਬੀ ਚੂਜ਼ਰਸ। ਸੋ ਹੱਕ ਲੈਣੇ ਪੈਂਦੇ ਹੁੰਦੇ ਆ। ਹੱਕ ਕਦੇ ਵੀ ਸਰਕਾਰ ਨਹੀਂ ਦਿੰਦੀ, ਸਾਨੂੰ ਕਦੇ ਵੀ ਆਪਦੀ ਵਿਕਟਰੀ ਉਹ ਨਹੀਂ ਦੇਊਗੀ। ਸਾਨੂੰ ਆਪਦੀ ਵਿਕਟਰੀ ਆਪ ਕ੍ਰੀਏਟ ਕਰਨੀ ਪਊਗੀ। ਜੇ ਤੁਸੀਂ ਉੱਥੇ ਪੀਸਫੁਲ ਦਾ ਮਤਲਬ ਵੀ ਉਹਦਾ ਮਿਸਇੰਟਰਪ੍ਰੇਟ ਕਰਦੇ ਹੋ ਤਾਂ ਇਹਦਾ ਲੀਡਰਸ਼ਿਪ ਨੂੰ ਸੋਚਣੀ ਚਾਹੀਦੀ ਆ ਗੱਲ। ਮੇਰੇ ਖਿਆਲ 'ਚ ਪ੍ਰੋਗਰਾਮ ਉਹ ਦਿਓ ਜਿਹਦੇ ਨਾਲ ਇੱਕ ਵਾਰੀ ਫੇਰ ਨੌਜਵਾਨ ਵਰਗ ਤੁਹਾਡੇ ਨਾਲ ਜੁੜੇ, ਜਿਹਦੇ ਨਾਲ ਨੌਜਵਾਨੀ ਜਿਹੜੀ ਨੌਜਵਾਨੀ ਨੇ ਇਸ ਮੋਰਚੇ 'ਚ ਰੰਗ ਬੰਨੇ ਸੀ, ਜਿਹਨੇ ਇਸ ਮੋਰਚੇ 'ਚ ਇੱਕ ਗਲੈਮਰ ਪੈਦਾ ਕੀਤਾ ਸੀ, ਜਿਹੜਾ ਇੱਕ ਸਾਡਾ ਪ੍ਰੈਸ਼ਰ ਗਰੁੱਪ ਸੀ ਸਰਕਾਰ ਤੇ, ਉਸ ਅਕੋਰਡਿੰਗਲੀ ਪ੍ਰੋਗਰਾਮ ਦੇਣੇ ਚਾਹੀਦੇ ਆ। ਤੁਸੀਂ ਪ੍ਰੈਸ਼ਰ ਕੁੱਕਰ ਵਾਂਗੂ ਵਰਕ ਨਾ ਕਰੋ ਵੀ ਥੱਲੇ ਲੋਕਾਂ ਦਾ ਪ੍ਰੈਸ਼ਰ ਪੈਂਦਾ ਤੇ ਸੀਟੀ ਉੱਤੇ ਚੱਕ ਦਿੰਦੇ ਹੋ ਤੇ ਇੱਕ ਟੁੱਟਿਆ ਜਾਂ ਕੋਈ ਪ੍ਰੋਗਰਾਮ ਦੇ ਜਾਂਦੇ ਹੋ ਤੇ ਉਸ ਪ੍ਰੋਗਰਾਮ ਤੇ ਲੋਕਾਂ ਨੂੰ ਵੀ ਇਹ ਆ ਵੀ ਅਸੀਂ ਦੇਤੇ ਪ੍ਰੋਗਰਾਮ, ਹੁਣ ਆ ਕਰੀਏ ਆਪਾਂ। ਉਹਦੇ ਨਾਲ ਹੋਣਾ ਕੁਛ ਨਹੀਂ। ਅਸੀਂ ਆਪਦੀ ਜਿਹੜੀ ਇਹ ਕਹਿ ਲਓ ਵੀ ਸਲੋ ਡੈਥ ਵੱਲ ਵੱਧ ਰਹੇ ਹਾਂ, ਇੱਕ ਡੈਡ ਐਂਡ ਤੇ ਜਾ ਕੇ ਖੜੇ ਹੋ ਜਾਾਂਗੇ। ਆਪਦੇ ਰਿਸੋਰਸਿਸ ਵੇਸਟ ਕਰ ਰਹੇ ਹਾਂ। ਅਸੀਂ ਕਿੰਨਾ ਪੈਸਾ ਵੇਸਟ ਕਰਤਾ, ਉੱਥੇ ਕਿੰਨਾ ਟਾਈਮ ਵੇਸਟ ਕਰਤਾ। ਅਸੀਂ ਉੱਥੇ ਸਾਰਾ ਸਿਆਲ ਲੰਘਾਤਾ, ਸਾਰੀ ਗਰਮੀ ਲੰਘਾਤੀ, ਸਾਡੇ ਪੱਲੇ ਕੀ ਪਿਆ? ਇਹ ਐਗਜ਼ਾਮਪਲਸ ਨਾ ਦਿਓ ਵੀ ਮੋਰਚੇ ਤਾਂ 2-2 ਸਾਲ ਚੱਲਦੇ ਹੁੰਦੇ ਆ। ਅੱਜ ਦਾ ਜਿਹੜਾ ਯੁੱਗ ਆ ਨਾ, ਅੱਜ ਦਾ ਯੁੱਗ ਕਮਿਊਨੀਕੇਸ਼ਨ ਦਾ ਯੁੱਗ ਆ। ਅੱਜ ਦਾ ਯੁੱਗ ਆ ਜਿਹੜਾ ਉਹ ਬੜਾ ਫਾਸਟ ਆ। ਜਿੰਨੀ ਜਲਦੀ ਲੋਕ ਅਟੈਚ ਹੁੰਦੇ ਆ, ਉਨੀ ਜਲਦੀ ਡਿਟੈਚ ਵੀ ਹੁੰਦੇ ਆ। ਸਰਕਾਰ ਤਾਂ ਚਾਹੁੰਦੀ ਆ ਵੀ ਇਹ ਹੌਲੀ ਹੌਲੀ ਡਿਟੈਚ ਹੋ ਜਾਣ ਤੇ ਮੋਰਚਾ ਇੱਥੋਂ ਖਤਮ ਹੋ ਜਾਏ, ਤੇ ਤੁਸੀਂ ਉਸ ਗੱਲ ਨੂੰ ਗਾਂ ਵਧਾਵਾ ਦੇ ਰਹੇ ਹੋ। 26 ਜਨਵਰੀ ਨੂੰ ਦੇਖੋ ਤੁਸੀਂ ਕਿਵੇਂ ਮਾਨਸਿਕ ਲੜਾਈ ਹਾਰੇ, ਕਿਵੇਂ ਫਿਜ਼ੀਕਲ ਲੜਾਈ ਹਾਰੇ, ਤੇ ਜਿਹੜੇ ਹਥਿਆਰ ਸਰਕਾਰ ਤੇ ਚਲਾਉਣੇ ਸੀ ਉਹ ਸਾਡੇ ਬੰਦਿਆਂ ਤੇ ਚਲਾਉਣ ਲੱਗ ਗਏ। ਤੁਹਾਡੇ ਕੋਲੇ ਕੀ ਅਧਿਕਾਰ ਸੀ ਵੀ ਤੁਸੀਂ ਉੱਥੋਂ ਬੰਦਿਆਂ ਦਾ ਸੋਸ਼ਲ ਬਾਈਕਾਟ ਦੀ ਕਾਲ ਦਿਓ? ਤੁਸੀਂ ਕਿਵੇਂ ਡਿਕਟੇਟਰ ਹੋ? ਡਿਕਟੇਟਰ ਤਾਂ ਮੋਦੀ ਆ, ਮੋਦੀ ਦੀ ਰਜੀਮ ਆ। ਫਿਰ ਇੱਕ ਡਿਕਟੇਟਰ ਬਣ ਕੇ ਤਾਂ ਡਿਕਟੇਟਰ ਨਾਲ ਨਾ ਲੜੋ ਨਾ। ਇੱਕ ਪਾਸੇ ਤਾਂ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਅਸੀਂ ਇੱਕ ਡੈਮੋਕ੍ਰੈਟਿਕ ਲੜਾਈ ਲੜ ਰਹੇ ਹਾਂ, ਇੱਕ ਡੈਮੋਕ੍ਰੈਟਿਕ ਮੀਨਸ ਦੇ ਅਕੋਰਡਿੰਗਲੀ ਲੜਾਈ ਲੜ ਰਹੇ ਹਾਂ। ਫਿਰ ਉੱਥੇ ਤੁਹਾਨੂੰ ਜੇ ਕੋਈ ਕ੍ਰਿਟਿਸਾਈਜ਼ ਕਰਦਾ ਜਾਂ ਉੱਥੇ ਤੁਹਾਨੂੰ ਕਿਸੇ ਢੰਗ 'ਚ ਕੋਈ ਵੱਖਰੀ ਤਰ੍ਹਾਂ ਦੀ ਸਲਾਹ ਦਿੰਦਾ, ਤੁਸੀਂ ਉਹਦੀ ਸਲਾਹ ਲੈਣ ਦੀ ਬਜਾਏ ਉਹਨੂੰ ਦੁਸ਼ਮਣ ਮੰਨ ਲੈਂਦੇ ਹੋ, ਉਹਨੂੰ ਬਦਨਾਮ ਕਰਦੇ ਹੋ, ਸਰਕਾਰ ਦੇ ਨਾਲ ਮਿਲ ਕੇ ਬਦਨਾਮ ਕਰਦੇ ਹੋ। ਸੋ ਡਿਕਟੇਟਰ ਬਣ ਕੇ ਜੇ ਤੁਸੀਂ ਕਹੋਗੇ ਸਰਕਾਰ ਨਾਲ ਲੜੋਗੇ ਜਾਂ ਉਹਨਾਂ ਬੰਦਿਆਂ ਨਾਲ ਲੜੋਗੇ ਵੀ ਜਿਹੜੇ ਡਿਕਟੇਟਰਸ਼ਿਪ ਆਪ ਕਰ ਰਹੇ ਆ, ਫਿਰ ਤਾਂ ਨਹੀਂ ਲੜਾਈ ਲੜੀ ਜਾਣੀ। ਇਹ ਤਾਂ ਉਹ ਗੱਲ ਹੋ ਗਈ ਵੀ ਇੱਕ ਮੋਦੀ ਰਜੀਮ ਆ ਜਾਂ ਮੋਦੀ ਅੰਪਾਇਰ ਆ, ਤੇ ਮੋਦੀ ਅੰਪਾਇਰ ਵੀ ਕਿਸੇ ਦੀ ਗੱਲ ਨਹੀਂ ਸੁਣਦੀ, ਉਹਨਾਂ ਨੂੰ ਵੀ ਕਿਸੇ ਦੀ ਪਰਵਾਹ ਨਹੀਂ। ਤੇ ਇੱਥੇ ਤੁਸੀਂ ਵੀ ਇੱਕ ਅੰਪਾਇਰ ਦੇ ਅੰਡਰ ਅੰਪਾਇਰ ਚਲਾ ਰਹੇ ਹੋ, ਤੁਹਾਨੂੰ ਵੀ ਕਿਸੇ ਦੀ ਗੱਲ ਨਹੀਂ ਸੁਣਨੀ ਪਸੰਦ, ਤੇ ਤੁਸੀਂ ਵੀ ਕਿਸੇ ਦੀ ਪਰਵਾਹ ਨਹੀਂ ਕਰਦੇ ਵੀ ਇੱਥੇ ਜੇ ਉਹੀ ਬੋਲੂ ਜਿਹਨੂੰ ਅਸੀਂ ਬੋਲਣ ਦੇਵਾਂਗੇ। ਇੱਕ ਪੁਲਿਸਿੰਗ ਚਲਾ ਰੱਖੀ ਆ ਉੱਥੇ, ਅਦਰਵਾਈਜ਼ ਸਟੇਜ ਤੋਂ ਫੜ ਕੇ ਲਾ ਦਿੰਦੇ ਹੋ, ਅਦਰਵਾਈਜ਼ ਉੱਥੇ ਉਹੀ ਬੈਠੂਗਾ ਜਿਹਨੂੰ ਤੁਸੀਂ ਚਾਹੋਗੇ, ਅਦਰਵਾਈਜ਼ ਬੰਦੇ ਮਾਰਨੇ ਪੈਣ, ਬੰਦਿਆਂ ਨੂੰ ਬਦਨਾਮ ਕਰਨਾ ਪਵੇ, ਬੰਦਿਆਂ ਤੇ ਆਪਦੇ ਦੁੱਖੀ ਤਿੱਖੀ ਦੇ ਬੰਦੇ ਜੇ ਲਾ ਕੇ ਉਹਨਾਂ ਦੇ ਅਗੇਂਸਟ ਇੰਟਰਵਿਊਜ਼ ਦੇਣੀਆਂ ਪੈਣ। ਜੇ 26 ਜਨਵਰੀ ਨੂੰ ਕੁਝ ਗਲਤ ਹੋਇਆ ਸੀ ਤਾਂ ਲੀਡਰਸ਼ਿਪ 'ਚੋਂ ਕੋਈ ਜੇਲ੍ਹ ਕਿਉਂ ਨਹੀਂ ਗਿਆ? ਹੋਰ ਕੋਈ ਬੰਦਾ ਮੋਹਰੀਆਂ 'ਚੋਂ ਜੇਲ੍ਹ ਕਿਉਂ ਨਹੀਂ ਗਿਆ?
ਕੱਲਾ ਦੀਪ ਸਿੱਧੂ ਜੇਲ੍ਹ ਜਾ ਕੇ ਆਇਆ। ਇਹ ਕਿਉਂ ਬਈ? ਇੱਕ ਇਸ ਕਰਕੇ ਕਿਉਂਕਿ ਉਹ ਸਿਰਫ ਸਰਕਾਰ ਦਾ ਚਲਾਇਆ ਹੋਇਆ ਨੈਰੇਟਿਵ ਸੀ। ਤੁਸੀਂ ਆਪਦਾ ਬੰਦਾ ਅੰਦਰ ਕਰਾਇਆ। ਜੇ ਤੁਸੀਂ ਖੜ ਜਾਂਦੇ ਤੁਹਾਡਾ ਬੰਦਾ ਅੰਦਰ ਨਹੀਂ ਹੋਣਾ ਸੀ। ਚਲੋ ਕੋਈ ਗੱਲ ਨਹੀਂ, ਮੈਂ ਅੰਦਰ ਜਾ ਆਇਆ। ਪਰ ਬਾਕੀਆਂ ਦੀਆਂ ਜਿਵੇਂ ਬਾਹਰੋਂ ਬਾਹਰ ਬੇਲਾਂ ਹੋਈਆਂ, ਉਹ ਇਸ ਕਰਕੇ ਹੋਈਆਂ ਵੀ ਉੱਥੇ ਗਲਤ ਕੁਛ ਨਹੀਂ ਹੋਇਆ ਸੀ। ਉਹ ਇਸ ਕਰਕੇ ਨਹੀਂ ਹੋਈਆਂ ਵੀ ਉਹ ਮੋਦੀ ਦੇ ਬੰਦੇ ਆ। ਤਾਂ ਉਹਨਾਂ ਨੇ ਕੁਛ ਗਲਤ ਨਹੀਂ ਕੀਤਾ ਤੇ ਗਲਤ ਕੁਛ ਵੀ ਨਹੀਂ ਹੋਇਆ ਸੀ। ਸਾਡੇ ਜੁਗਰਾਜ ਦੀ ਬੇਲ ਵੀ ਬਾਹਰੋਂ ਬਾਹਰ ਹੋ ਗਈ। ਦੇਖ ਲਓ ਤੁਸੀਂ, ਜਿਹੜੇ ਬੰਦੇ ਨੇ ਖਾਲੀ ਪੋਲ ਤੇ ਜਾ ਕੇ ਝੰਡਾ ਲਾਇਆ, ਇਹਦਾ ਮਤਲਬ ਕਾਨੂੰਨ ਵੀ ਇਹ ਕਹਿੰਦਾ ਵੀ ਅਸੀਂ ਗਲਤ ਕੁਛ ਨਹੀਂ ਕੀਤਾ ਸੀ। ਉਹ ਜੱਜ ਵੀ ਮੰਨ ਗਈ। ਸੋ ਤੁਸੀਂ ਉਸ ਵੇਲੇ ਕਿੱਡਾ ਵੱਡਾ ਨੈਰੇਟਿਵ ਚਲਾ ਕੇ ਤੁਸੀਂ ਬੰਦਿਆਂ ਦਾ ਨੁਕਸਾਨ ਨਹੀਂ ਕੀਤਾ, ਮੋਰਚੇ ਦਾ ਨੁਕਸਾਨ ਕੀਤਾ। ਅੱਜ ਮੇਰੀ ਲੀਡਰਸ਼ਿਪ ਨੂੰ ਅਪੀਲ ਆ, ਇਕੱਠੇ ਹੋ ਕੇ ਅਸੀਂ ਸਾਰੇ ਇਕੱਠੇ ਹੋ ਕੇ ਪੜਚੋਲ ਕਰੀਏ ਤੇ ਕੋਈ ਪ੍ਰੋਗਰਾਮ ਇਹੋ ਜਿਹੇ ਦਈਏ ਜਿੱਥੇ ਅਸੀਂ ਮੁੜ ਕੇ ਵਾਪਸ ਫੇਰ ਬੰਦਿਆਂ ਨੂੰ ਤੇ ਯੂਥ ਨੂੰ ਵਾਪਸ ਮੋਰਚੇ 'ਚ ਅਸੀਂ ਜੋੜ ਸਕੀਏ। ਉਹਦੇ ਲਈ ਉਹਨਾਂ ਨੇ ਉਦੋਂ ਤੱਕ ਨਹੀਂ ਆਉਣਾ ਜਦੋਂ ਤੱਕ ਤੁਸੀਂ ਆਪਦੀਆਂ ਗਲਤੀਆਂ ਦਾ ਅਹਿਸਾਸ ਨਹੀਂ ਕਰਦੇ ਤੇ ਤੁਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਤੁਸੀਂ ਸਾਡੇ ਲਈ ਇੰਪੋਰਟੈਂਟ ਹੋ। ਰਾਜੇਵਾਲ ਸਾਹਿਬ ਵਰਗੇ ਆ ਕੇ ਇਹ ਗੱਲ ਕਹਿ ਦਿੰਦੇ ਆ ਵੀ ਪਰਚੇ ਹੀ ਪੈਂਦੇ ਹੁੰਦੇ ਆ, ਹੋਰ ਇੱਥੇ ਕਿਹੜਾ ਹਾਰ ਪੈਂਦੇ ਆ। ਬਾਈ ਜੀ, ਇਹ ਇਨਸੈਂਸਿਟਿਵ ਗੱਲਾਂ ਹੁੰਦੀਆਂ, ਗੱਲਾਂ ਨੂੰ ਸਮਝੋ। ਇੱਕ ਲੀਡਰਸ਼ਿਪ ਤੋਂ ਬੰਦਾ ਹਮੇਸ਼ਾ ਇਹ ਚਾਹੁੰਦਾ ਵੀ ਉਹਦੀ ਪਿੱਠ ਤੇ ਇੱਕ ਥਾਪੀ ਦਿੱਤੀ ਜਾਵੇ ਵੀ ਕੋਈ ਨਹੀਂ ਯਾਰ, ਤੂੰ ਸਾਡਾ ਸੋਲਜਰ ਆ ਤੇ ਅਸੀਂ ਖੜੇ ਆ ਨਾਲ। ਇੰਨੀ ਗੱਲ ਹੀ ਹੁੰਦੀ ਆ, ਹੋਰ ਕੁਛ ਨਹੀਂ। ਇੰਨੀ ਗੱਲ ਤੇ ਹੀ ਬੰਦੇ ਬੜਾ ਕੁਛ ਕਰ ਜਾਂਦੇ ਆ। ਪਰ ਇਹ ਅਸੀਂ ਗੱਲ ਹੀ ਨਹੀਂ ਕਰਨੀ। ਇੱਥੇ ਤਾਂ ਹਰ ਬੰਦੇ ਨੂੰ ਅਸੀਂ ਬਦਨਾਮ ਕਰਕੇ ਉਸ ਬੰਦੇ ਨੂੰ ਇਸ ਢੰਗ ਨਾਲ ਪੇਸ਼ ਕਰ ਦੇਣਾ ਵੀ ਉਹ ਗਦਾਰੀ ਦੇ ਸਰਟੀਫਿਕੇਟ ਵੰਡ ਦਿੱਤੇ ਜਾਂਦੇ ਆ। ਯੋਗੇਂਦਰ ਯਾਦਵ, ਸਾਨੂੰ ਸਭ ਨੂੰ ਪਤਾ ਲੱਗ ਗਿਆ ਵੀ ਉਹ ਪਲਾਂਟਡ ਬੰਦਾ। ਸਾਨੂੰ ਸਭ ਨੂੰ ਪਤਾ ਲੱਗ ਗਿਆ ਵੀ ਉਸ ਬੰਦੇ ਨੇ ਜਿੰਨਾ ਨੁਕਸਾਨ ਕੀਤਾ ਉਹ ਸਰਕਾਰ ਵੀ ਨਹੀਂ ਕਰ ਸਕੀ। ਉਹਦੀ ਅਗਵਾਈ 'ਚ ਤੁਸੀਂ ਅੱਜ ਵੀ ਬੈਠੇ ਹੋ, ਅੱਜ ਵੀ ਉਹਦੀ ਅਗਵਾਈ 'ਚ ਪ੍ਰੋਗਰਾਮ ਦਿੰਦੇ ਹੋ। ਐਡੀ ਤੁਹਾਡੀ ਕੀ ਮਜਬੂਰੀ ਆ ਵੀ ਯੋਗੇਂਦਰ ਯਾਦਵ ਕੱਢਿਆ ਕਿਉਂ ਨਹੀਂ ਗਿਆ ਹਜੇ ਤਾਈਂ? ਸੋ ਮੋਰਚੇ ਨੂੰ ਤੁਸੀਂ ਸਰਕਾਰ ਦੇ ਢੰਗਾਂ ਕਰਕੇ ਜਾਂ ਉਹਨਾਂ ਦੇ ਅਨੁਸਾਰ ਚਲਾ ਰਹੇ ਹੋ ਕਿ ਲੋਕਾਂ ਖਾਤਰ ਚਲਾ ਰਹੇ ਹੋ? ਪਹਿਲਾਂ ਇਸ ਗੱਲ ਨੂੰ ਕਲੀਅਰ ਕਰੋ ਪਲੀਜ਼। ਸੋ ਜਿਹੜੀ ਗੱਲ, ਇਹ ਜਿਹੜਾ ਮੋਰਚਾ ਸੀ ਨਾ, ਇਹ ਸਰਕਾਰ ਦੇ ਖਿਲਾਫ ਲਾਇਆ ਸੀ ਆਪਾਂ। ਮੋਰਚਾ ਅਗੇਂਸਟ ਈਚ ਅਦਰ ਨਹੀਂ ਲਾਇਆ ਸੀ ਵੀ ਇੱਕ ਦੂਜੇ ਦੇ ਖਿਲਾਫ ਆਪਾਂ ਮੋਰਚਾ ਲਾਤਾ। ਮੇਰੀ ਤੁਹਾਨੂੰ ਬੇਨਤੀ ਆ, ਜਿਹੜੀ ਸਰਕਾਰ ਦੇ ਖਿਲਾਫ ਆਪਾਂ ਮੋਰਚਾ ਲਾਇਆ, ਇਹਨੂੰ ਉਸ ਸਰਕਾਰ ਦੇ ਖਿਲਾਫ ਹੀ ਲੜਾਈ 'ਚ ਸਾਨੂੰ ਲੱਗਣਾ ਚਾਹੀਦਾ। ਆਪਦੇ ਇੱਕ ਦੂਜੇ ਦੇ ਖਿਲਾਫ ਨਹੀਂ ਲੜਾਈ ਲੜਨੀ ਚਾਹੀਦੀ। ਅਗਲੀ ਗੱਲ, ਮੈਂ ਜਿਹੜੀ ਇੱਕ ਗੱਲ ਹੋਰ ਕਰਦਾ ਵੀ ਇੰਟਰਨਲ ਕੌਨਫਲਿਕਟ ਹਰ ਤਰ੍ਹਾਂ ਦੇ ਮੋਰਚਿਆਂ 'ਚ ਹੁੰਦੇ ਆ। ਇੰਟਰਨਲ ਕੌਨਫਲਿਕਟ ਅੱਜ ਤੱਕ ਦੁਨੀਆ 'ਚ ਜਿੱਥੇ ਵੀ ਅੰਦੋਲਨ ਹੋਏ ਆ ਉਹਦੇ 'ਚ ਇੰਟਰਨਲ ਕੌਨਫਲਿਕਟ ਹੁੰਦੇ ਆ। ਔਰ ਜਿਹੜੇ ਇੰਟਰਨਲ ਕੌਨਫਲਿਕਟ ਹੁੰਦੇ ਆ, ਇੱਕ ਧਿਰ ਕੁਛ ਹੋਰ ਸੋਚ ਰਹੀ ਹੁੰਦੀ ਆ, ਦੂਜੀ ਧਿਰ ਕੁਛ ਹੋਰ ਸੋਚ ਰਹੀ ਹੁੰਦੀ। ਇਹ ਕੌਨਫਲਿਕਟ ਤੁਹਾਡੇ ਆਪਸ 'ਚ 32 ਜਥੇਬੰਦੀਆਂ 'ਚ ਵੀ ਹੋਣਗੇ, ਪਰ ਅਸੀਂ ਉਹਨਾਂ ਤੋਂ ਇੱਕ ਦੂਜੇ ਦੇ ਆਈਡੀਆਜ਼ ਲੈਂਦੇ ਆ। ਫਿਰ ਉਹਨਾਂ ਦੇ ਜੇ ਮੋਰਚੇ ਲਈ ਉਹ ਲਾਹੇਵੰਦ ਆ ਜਾਂ ਉਹ ਪ੍ਰਭਾਵਸ਼ਾਲੀ ਆ, ਉਹਨਾਂ ਨੂੰ ਯੂਜ਼ ਕਰਦੇ ਆ। ਨਾ ਕਿ ਅਸੀਂ ਇਹ ਤੈਅ ਕਰ ਦਿੰਦੇ ਆ ਵੀ ਉਹ ਬੰਦਾ ਸਾਡਾ ਦੁਸ਼ਮਣ ਆ ਤੇ ਉਹ ਗਦਾਰ ਆ ਤੇ ਉਹ ਮੋਰਚੇ 'ਚ ਪਲਾਂਟਡ ਬੰਦਾ। ਔਰ ਆਧਾਰ ਕੁਛ ਵੀ ਨਹੀਂ ਹੋਣਾ ਇਸ ਗੱਲ ਦਾ। ਇੱਕ ਪੁਰਾਣੀ ਚੋਣਾਂ ਦੀ ਫੋਟੋਆਂ ਤੁਸੀਂ ਦਿਖਾ ਕੇ, ਇਹਦਾ ਸਭ ਨੂੰ ਪਤਾ ਵੀ ਉਹ ਚੋਣਾਂ ਵੇਲੇ ਦੀਆਂ ਫੋਟੋਆਂ ਸੀ ਮੇਰੀਆਂ, ਉਹ ਦਿਖਾ ਕੇ ਤੁਸੀਂ ਐਡਾ ਲੰਬਾ ਸੰਘਰਸ਼ੀ ਕਿਸੇ ਖਾਤੇ ਹੀ ਨਹੀਂ ਪਾਉਣਾ। ਤੇ ਉਹ ਬੰਦੇ ਨੂੰ ਇਸ ਢੰਗ ਤੱਕ ਸਰਕਾਰ ਨੇ ਵੀ ਅੱਜ ਇਨਕਮ ਟੈਕਸ ਤੋਂ ਲੈ ਕੇ, ਅੱਜ ਮਿਊਨਿਸਪਲ ਕਾਰਪੋਰੇਸ਼ਨ ਤੋਂ ਲੈ ਕੇ, NIA ਤੋਂ ਲੈ ਕੇ, ਹੋਰ ਕ੍ਰਾਈਮ ਬ੍ਰਾਂਚ ਤੋਂ ਲੈ ਕੇ, ਉਹ ਇੰਨਾ ਤੰਗ ਕਰ ਰੱਖਿਆ ਵੀ ਉਹਨੂੰ ਪਹਿਲਾਂ ਤਾਂ ਬਦਨਾਮ ਕਰ ਦਿਓ, ਫਿਰ ਇਹਨੂੰ ਆਈਸੋਲੇਟ ਕਰ ਦਿਓ, ਤੰਗ ਕਰ ਦਿਓ, ਤਾਂ ਕਿ ਇਹ ਤੰਗ ਹੋ ਕੇ ਇਹ ਕਹੇ ਵੀ ਯਾਰ ਮੈਂ ਤਾਂ ਇਕੱਲਾ ਰਹਿ ਗਿਆ, ਤੁਸੀਂ ਹੁਣ ਐ ਤਾਂ ਹੀ ਮਰਾਓ ਆਪਦੀ। ਨਵੇਂ ਬੰਦੇ ਨੂੰ ਤੁਸੀਂ ਖੜਾ ਹੀ ਨਹੀਂ ਕਰਨ ਦੇਣਾ, ਉਹਨੂੰ ਸਪੇਸ ਹੀ ਨਾ ਦੇਣਾ। ਇਹ ਤੁਹਾਡਾ ਜਿਹੜਾ ਇੱਕ ਢੰਗ ਬਣਿਆ ਹੋਇਆ ਨਾ, ਇਹ ਸੈਕਟੇਰੀਅਨ ਜਿਹੜੇ ਬਣੇ ਹੋਏ ਹੋ ਤੁਸੀਂ, ਇਹ ਪੰਜਾਬ ਦਾ ਨੁਕਸਾਨ ਕਰਾ ਰਹੀ ਆ ਗੱਲ। ਅੱਜ ਪੰਜਾਬ 'ਚ ਨਵੀਆਂ ਪੋਲੀਟੀਕਲ ਪਾਰਟੀਆਂ ਆ ਕੇ ਕਿਸੇ ਲੜਨ ਵਾਲੀ, ਚੋਣਾਂ ਲੜਨ ਵਾਲੀ ਧਿਰ ਨੇ ਇਹ ਗੱਲ ਨਹੀਂ ਕਹੀ ਵੀ ਅਸੀਂ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਕਿਸਾਨ ਬਿੱਲਾਂ ਨੂੰ ਰੱਦ ਕਰਾਵਾਂਗੇ ਜਾਂ ਇਸ ਲੜਾਈ 'ਚ ਤੁਹਾਡਾ ਸਾਥ ਦੇਵਾਂਗੇ। ਕਿਸੇ ਨੇ ਨਹੀਂ ਕਹੀ। ਲਓ, ਸਾਨੂੰ ਗੱਲਾਂ ਕੀ ਕਰੀ ਜਾਂਦੇ ਆ ਕਿ ਤੁਹਾਨੂੰ ਸਿੱਖ ਚਿਹਰਾ ਦੇਵਾਂਗੇ ਜਿਹੜਾ CM ਹੋਊਗਾ। ਸਿੱਖ ਚਿਹਰਾ ਤਾਂ ਸਾਡਾ PM ਵੀ ਰਿਹਾ, ਸਿੱਖ ਚਿਹਰਾ ਤਾਂ ਸਾਡਾ ਰਾਸ਼ਟਰਪਤੀ ਵੀ ਰਿਹਾ, ਉਦੋਂ ਹੋਮ ਮਿਨਿਸਟਰ ਵੀ ਰਿਹਾ, ਔਰ ਉਦੋਂ ਤਾਂ ਸਾਡੇ ਤੇ ਜੈਨੋਸਾਈਡ ਹੋਇਆ। ਸਿੱਖ ਚਿਹਰਾ ਜਦੋਂ ਰਾਸ਼ਟਰਪਤੀ ਸੀ, ਸਾਡਾ ਹੋਮ ਮਿਨਿਸਟਰ ਸੀ। ਸੋ ਸਿੱਖ ਚਿਹਰਾ ਸਾਨੂੰ ਦਿਓਗੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਪੰਜਾਬ ਹਤੈਸ਼ੀ ਹੈ ਕਿ ਨਹੀਂ ਆ,
ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਕਿ ਨਹੀਂ ਆ। ਉਹ ਚਾਹੇ ਕੋਈ ਡਾਕਟਰ ਗਾਂਧੀ ਵਰਗਾ ਹਿੰਦੂ ਚਿਹਰਾ ਹੀ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਸੋ ਗੱਲ ਸਿੱਖ ਜਾਂ ਹਿੰਦੂ ਦੀ ਨਹੀਂ ਆ, ਇੱਥੇ ਪੰਜਾਬ ਹਤੈਸ਼ੀ ਦੀ ਗੱਲ ਹੋ ਰਹੀ ਆ। ਇਹ ਜਿਹੜੀਆਂ ਪਾਰਟੀਆਂ ਆ ਕੇ ਅੱਜ ਤੁਹਾਨੂੰ 300 ਯੂਨਿਟ ਅਸੀਂ ਫ੍ਰੀ ਬਿਜਲੀ ਦੇ ਦੇਵਾਂਗੇ, ਅਸੀਂ ਤੁਹਾਨੂੰ ਆਟਾ ਦਾਲ ਦੇਵਾਂਗੇ, ਰਾਸ਼ਨ ਦੇਵਾਂਗੇ, ਸਾਨੂੰ ਇਹ ਲਾਲਚ ਦੇਈ ਜਾਂਦੇ ਆ। ਬਾਈ ਜੀ ਸਾਨੂੰ ਕੁਛ ਫ੍ਰੀ ਨਹੀਂ ਚਾਹੀਦਾ। ਤੁਸੀਂ ਆ ਕਰੋ, ਲੋ ਕੇਜਰੀਵਾਲ ਨੂੰ ਕਹਿ ਦਿਓ ਤੂੰ ਦਿੱਲੀ ਦਾ ਚੀਫ ਮਿਨਿਸਟਰ ਆ, ਦਿੱਲੀ ਤੇਰੇ ਅੰਡਰ, ਅੱਜ ਜਿੰਨਾ ਪਾਣੀ ਦਿੱਲੀ ਨੂੰ ਸਾਡਾ ਗਿਆ, ਜਿੰਨਾ ਉਹਦਾ ਪੈਸਾ ਬਣਦਾ ਸਾਡਾ ਉਹੀ ਦੇ ਦਿਓ, ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਅਸੀਂ ਆਪੇ ਬਿਜਲੀ ਜਾਂ ਤਾਂ ਪੈਦਾ ਕਰ ਲਾਂਗੇ ਜਾਂ ਖਰੀਦ ਲਾਂਗੇ। ਤੂੰ ਸਾਨੂੰ ਭਿਖਾਰੀ ਬਣਾਏਂਗਾ? ਯਾਰ ਤੁਹਾਨੂੰ ਪਤਾ ਤੁਸੀਂ ਕਿਹੜੀ ਕੌਮ ਨਾਲ ਮੱਥਾ ਲਾਈ ਬੈਠੇ ਹੋ? ਆ ਜਿਹੜੀਆਂ 2-4 ਤੁਸੀਂ ਆਟੇ ਬੋਰੀ ਦੀਆਂ ਥੈਲੀਆਂ ਭਰੀ ਬੈਠੇ ਹੋ, ਸਾਰੀ ਉਮਰ ਤਾਂ ਤੁਹਾਨੂੰ ਖਵਾਈ ਗਏ। ਤੁਸੀਂ ਸਾਨੂੰ ਰਾਸ਼ਨ ਫ੍ਰੀ ਦਿਓਗੇ, ਸਾਨੂੰ ਬਿਜਲੀ ਫ੍ਰੀ ਦਿਓਗੇ, ਸਾਰੀ ਉਮਰ ਹੋ ਗਈ ਤੁਹਾਨੂੰ ਸਾਨੂੰ ਲੁੱਟਦਿਆਂ ਨੂੰ, ਸਾਡੇ ਪੰਜਾਬ ਦੇ ਰਿਸੋਰਸਿਸ ਨੂੰ ਲੁੱਟਦਿਆਂ ਨੂੰ। ਸਾਡਾ ਧਰਤੀ ਨੂੰ, ਸਾਡੇ ਲੋਕਾਂ ਨੂੰ, ਸਾਡੇ ਪੰਜਾਬ ਨੂੰ ਤੁਸੀਂ ਕਲੋਨੀਅਲ ਸਟੇਟ ਬਣਾ ਰੱਖਿਆ। ਜਿਵੇਂ ਅੰਗਰੇਜ਼ ਇਸ ਦੇਸ਼ ਨੂੰ ਚਲਾਉਂਦੇ ਸੀ ਜਾਂ ਇਹ ਖਿੱਤੇ ਨੂੰ ਚਲਾਉਂਦੇ ਸੀ ਵੀ ਇੱਥੋਂ ਲੁੱਟ ਖਸੁੱਟ ਕਰੋ, ਉਵੇਂ ਹੀ ਤੁਸੀਂ ਸਾਡੇ ਪੰਜਾਬ ਨਾਲ ਵਤੀਰਾ ਕਰਦੇ ਹੋ ਵੀ ਇਹ ਕਾਲੋਨੀ ਆ ਸਾਡੀ, ਇਹ ਸਾਡਾ ਹਿੱਸਾ ਨਹੀਂ ਆ, ਇਹਦੇ ਰਿਸੋਰਸਿਸ ਨੂੰ ਲੁੱਟੋ। ਇੱਥੇ ਜਿਹੜੇ ਨੈਚੁਰਲ ਰਿਸੋਰਸਿਸ ਆ ਉਹਨਾਂ ਨੂੰ ਵੀ ਲੁੱਟੋ, ਇੱਥੇ ਹਿਊਮਨ ਰਿਸੋਰਸਿਸ ਨੂੰ ਵੀ ਲੁੱਟੋ। ਸੋ ਤੁਸੀਂ ਕਿਹੜੀਆਂ ਪੋਲੀਟੀਕਲ ਪਾਰਟੀਆਂ ਦੀਆਂ ਗੱਲ ਕਰਦੇ ਹੋ? ਫਿਰ ਕਹਿੰਦੇ ਆ, ਅੱਛਾ ਬੜੇ ਲੋਕ ਇਹ ਗੱਲ ਕਹਿੰਦੇ ਆ ਵੀ ਦੀਪ ਸਿੱਧੂ ਜਿਹੜਾ ਉਹਦੀ ਸਮਝ ਨਹੀਂ ਆਉਂਦੀ। ਸਮਝ ਤੁਹਾਨੂੰ ਕਿੱਥੋਂ ਆਵੇ? ਦੀਪ ਸਿੱਧੂ ਦੀ ਸਮਝ ਉਹਨੂੰ ਆਊਗੀ ਜਿਹੜਾ ਪੋਲੀਟੀਕਲ ਸਟਰਕਚਰਲ ਚੇਂਜ ਦੀ ਗੱਲ ਕਰੂਗਾ, ਜਿਹੜਾ ਇਹ ਕਹੂਗਾ ਜਦੋਂ ਤੱਕ ਅਸੀਂ ਪੂਰਾ ਇੱਥੇ ਸ਼ਿਫਟ ਨਹੀਂ ਲੈ ਕੇ ਆਉਂਦੇ, ਇੱਕ ਸਟਰਕਚਰਲ ਸ਼ਿਫਟ। ਆ ਜਿਹੜੀਆਂ ਪਾਰਟੀਆਂ ਦੀਆਂ ਫਿਰਦੀਆਂ ਬੀਜੇਪੀ, ਕਾਂਗਰਸ, ਅਕਾਲੀ, ਆਮ ਆਦਮੀ ਪਾਰਟੀ, ਇਹਨਾਂ ਤੋਂ ਖਹਿੜਾ ਨਹੀਂ ਛਡਾਉਂਦੇ, ਉਦੋਂ ਤੱਕ ਜੇ ਅਸੀਂ ਕਹੀਏ ਵੀ ਉੱਥੇ ਕੋਈ ਅਸੀਂ ਭਲਾ ਕਰ ਦਾਂਗੇ, ਉਹ ਨਹੀਂ ਹੋ ਸਕਦਾ। ਥੋੜੇ ਦਿਨਾਂ ਬਾਅਦ ਆਪਾਂ 2-3-4 ਗੱਲਾਂ ਹੋਰ ਕਰਨੀਆਂ ਬੜੀਆਂ ਜ਼ਰੂਰੀ ਆ। ਥੋੜੇ ਦਿਨਾਂ ਬਾਅਦ ਇੱਕ ਪੋਲੀਟੀਕਲ ਆਈਡੀਆ ਜੋ ਪੰਜਾਬ ਦਾ ਹੋਣਾ ਚਾਹੀਦਾ ਉਹ ਮੈਂ ਜਨਤਕ ਕਰੂੰਗਾ। ਉਸ ਪੋਲੀਟੀਕਲ ਆਈਡੀਏ ਨਾਲ ਜਿਹੜਾ ਮਰਜ਼ੀ ਲੀਡਰ ਖੜਦਾ ਹੋਵੇ, ਜਿਹੜੀ ਮਰਜ਼ੀ ਪਾਰਟੀ ਖੜਦੀ ਹੋਵੇ, ਨੈਸ਼ਨਲ ਪਾਰਟੀ ਤੋਂ ਬਿਨਾਂ, ਉਹ ਪਾਰਟੀ ਨੂੰ ਆਪਾਂ ਆਉਣ ਵਾਲੀਆਂ ਚੋਣਾਂ 'ਚ ਕਹਾਂਗੇ ਵੀ ਬਾਈ ਜੀ ਅਸੀਂ ਤੁਹਾਡੇ ਨਾਲ ਆ। ਉਹਦੇ 'ਚ ਸਾਡੇ ਪਾਣੀਆਂ ਦਾ ਮਸਲਾ ਹੋਊ, ਉਹਦੇ 'ਚ ਸਾਡਾ ਪ੍ਰਵਾਸ ਹੋਊ, ਉਹਦੇ 'ਚ ਸਾਡਾ ਜਿਹੜਾ ਇਹ ਕਹਿ ਲਓ ਵੀ ਖੁਦ ਮੁਖਤਿਆਰੀ ਦਾ ਮਸਲਾ ਹੋਊਗਾ, ਵੱਧ ਅਧਿਕਾਰਾਂ ਦੀ ਗੱਲ ਹੋਊਗੀ। ਸੋ ਜੋ ਪੰਜਾਬ ਦੇ ਮਸਲੇ ਆ ਅਸੀਂ ਉਸ ਜਾਂ ਉਹਦੇ 'ਚ ਸਾਡੀ ਮਾਂ ਬੋਲੀ ਦਾ ਮਸਲਾ ਹੋਊਗਾ, ਉਹਦੇ 'ਚ ਸਾਡੇ ਇਨਵਾਇਰਨਮੈਂਟ ਦਾ ਮਸਲਾ ਹੋਊਗਾ। ਅਸੀਂ ਕਿਸਾਨੀ ਦੀ ਜ਼ਮੀਨਾਂ ਨੂੰ ਤਾਂ ਬਚਾਈ ਜਾਂਦੇ ਆ। ਅੱਜ ਦੇ ਟਾਈਮ ਸਾਰੀਆਂ ਜਿਹੜੀਆਂ ਵੱਡੀਆਂ ਇਨਵਾਇਰਨਮੈਂਟਲ ਏਜੰਸੀਜ਼ ਆ ਉਹਨਾਂ ਨੇ ਇਹ ਗੱਲ ਕਹਿਤੀ ਵੀ ਆਉਣ ਵਾਲੇ 10 ਸਾਲਾਂ 'ਚ ਪੰਜਾਬ ਕੋਲੇ ਪਾਣੀ ਨਹੀਂ ਹੋਣਾ। ਇਸ ਗੱਲ ਦੀ ਲੜਾਈ ਕਿਸ ਬੰਦੇ ਨੇ ਲੜੀ ਆ? ਜ਼ਮੀਨਾਂ ਬਚਾ ਕੇ ਕੀ ਕਰ ਲਾਂਗੇ ਜਦੋਂ ਉਹਨੇ ਬਾਣੀ ਮਾਰੂਥਲ ਜਾਣਾ, ਉਹਨੇ ਡੈਜ਼ਰਟ ਬਣ ਜਾਣਾ। ਸੋ ਸਾਨੂੰ ਇਨਵਾਇਰਨਮੈਂਟ ਕਿੱਡਾ ਵੱਡਾ ਖਤਰਾ, ਇਹਨੂੰ ਸਾਨੂੰ ਆਈਡੈਂਟੀਫਾਈ ਨਹੀਂ ਕਰ ਸਕੇ। ਇਸ ਗੱਲ ਤੇ ਅਸੀਂ ਫੇਰ ਆਪਦੀ ਨਿੱਜ ਦੀ ਲੜਾਈ ਲੜੀ ਜਾਂਦੇ ਆ ਵੀ ਜ਼ਮੀਨਾਂ ਬਚਾ ਲਓ। ਤੁਹਾਨੂੰ ਉੱਠਣਾ ਪਊਗਾ, ਇੱਕ ਕਲੈਕਟਿਵ ਕੌਨਸ਼ੀਅਸਨੈਸ ਪੈਦਾ ਕਰਨੀ ਪਊਗੀ। ਸਾਡੀ ਕੌਮ 'ਚ ਕਲੈਕਟਿਵ ਕੌਨਸ਼ੀਅਸਨੈਸ ਪੈਦਾ ਕਰਨੀ ਪਊਗੀ। ਜਦੋਂ ਤੱਕ ਸਾਡੇ ਕੋਲੇ ਕਲੈਕਟਿਵ ਕੌਨਸ਼ੀਅਸਨੈਸ ਨਹੀਂ ਪੈਦਾ ਹੋਊਗੀ ਸਾਡੇ 'ਚ, ਉਦੋਂ ਤੱਕ ਜੇ ਅਸੀਂ ਕਹੀਏ ਵੀ ਅਸੀਂ ਆਪਦੇ ਮਸਲਿਆਂ ਨੂੰ ਨਜਿੱਠ ਲਾਂਗੇ ਜਾਂ ਪੰਜਾਬ ਨੂੰ ਦੁਬਾਰਾ ਅਸੀਂ ਸਿਰਜ ਲਾਂਗੇ, ਇਹ ਨਹੀਂ ਹੋ ਸਕਦਾ। ਸੋ ਪਲੀਜ਼ ਕਲੈਕਟਿਵ ਕੌਨਸ਼ੀਅਸਨੈਸ ਤੇ ਗੱਲ ਕਰੋ, ਇੱਕ ਸਮੂਹਿਕ ਚੇਤਨਾ ਤੇ ਗੱਲ ਕਰੋ, ਉਹਦੇ ਲਈ ਕੁਛ ਆਪਾਂ ਯਤਨ ਕਰੀਏ। ਬੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਤੀਆਂ। ਅਗਲੀ ਗੱਲ ਜਿਹੜੀ ਮੈਂ ਕਰੂੰਗਾ ਵੀ ਠੀਕ ਆ, ਇੱਕ ਬਿਰਤਾਂਤ ਸ਼ੰਭੂ ਮੋਰਚੇ ਤੋਂ ਲੈ ਕੇ ਅੱਜ ਤੱਕ ਇੱਕ ਨੈਰੇਟਿਵ ਮੈਂ ਥਰੋ ਕੀਤਾ, ਰਚਿਆ, ਇਹ ਫੈਲਿਆ ਵੀ ਆ। ਇਦੋਂ ਬਾਅਦ ਅਗਲੀ ਜਿਹੜੀ ਲੋੜ ਆ ਹੁਣ ਇੱਕ ਸਟਰਕਚਰ ਬਣਾਉਣ ਦੀ ਆ, ਤੇ ਮੈਨੂੰ ਐਂ ਲੱਗਦਾ ਵੀ ਇੱਕ ਸਟਰਕਚਰ ਮੈਨੂੰ ਬਣਾਉਣਾ ਪੈਣਾ, ਇੱਕ ਸਟਰਕਚਰ ਸਿਰਜਣਾ ਪੈਣਾ ਜਿਹੜਾ ਸਾਡੇ ਪੰਜਾਬ ਦਾ ਯੂਥ ਆ ਜਾਂ ਸਾਡੇ ਜਿਹੜੇ ਸੁਹਿਰਦ ਲੋਕ ਆ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ, ਜਿਹੜੇ ਉਹਨਾਂ ਬੰਦਿਆਂ ਲਈ ਉਹ ਸਟਰਕਚਰ ਪੈਦਾ ਕਰਨਾ ਪੈਣਾ। ਸੋ ਆਉਣ ਵਾਲੇ ਸਮੇਂ 'ਚ ਮੈਂ ਇਹਨਾਂ ਗੱਲਾਂ ਤੇ ਕੰਮ ਕਰ ਰਿਹਾ। ਬਾਕੀ ਮੋਰਚੇ ਦੀ ਮੈਂ ਇੱਕ ਵਾਰੀ ਫੇਰ ਇਹ ਗੱਲ ਕਰਦਾ, ਬੜੀਆਂ ਗੱਲਾਂ ਕਿਸਾਨੀ ਮੋਰਚੇ ਨੂੰ ਲੈ ਕੇ ਕਰਨ ਦੀਆਂ। ਲੀਡਰਸ਼ਿਪ ਨੂੰ ਬੇਨਤੀ ਆ, ਹਜੇ ਵੀ ਐਨਲਾਈਜ਼ ਕਰੋ, ਆਈਡੈਂਟੀਫਾਈ ਕਰੋ ਸਾਡੀ ਪਾਵਰ ਨੂੰ। ਅਸੀਂ ਆਪਦੀ ਪਾਵਰ ਜਦੋਂ ਤੱਕ ਸਰਕਾਰ ਨੂੰ ਨਹੀਂ ਦਿਖਾਉਂਦੇ, ਉਦੋਂ ਤੱਕ ਜੇ ਅਸੀਂ ਕਹੀਏ ਵੀ ਇਹ ਅਸੀਂ ਬਿੱਲਾਂ ਨੂੰ ਰੱਦ ਕਰਾਉਣ ਵਾਲੀ ਲੜਾਈ ਲੜ ਲਾਂਗੇ ਤਾਂ ਅਸੀਂ ਨਹੀਂ ਲੜ ਸਕਦੇ। ਜੇ ਅਸੀਂ ਜਦੋਂ ਤੱਕ ਆਪਦੇ ਲੋਕਾਂ ਨੂੰ ਇਸ ਮੋਰਚੇ ਨੂੰ ਰਿਵਾਈਵਲ ਨਹੀਂ ਕਰਦੇ, ਜੇ ਅਸੀਂ ਇਹ ਕਹੀਏ ਵੀ ਮੋਰਚਾ ਚੜ੍ਹਦੀ ਕਲਾ 'ਚ ਆ, ਇਹ ਸਾਨੂੰ ਪਤਾ ਵੀ ਆਪਦੇ ਆਪ ਨਾਲ ਧੋਖਾ ਕਰਨ ਵਾਲੀ ਗੱਲ ਆ। ਅਗਲੀ ਗੱਲ, ਅਸੀਂ ਸਾਈਕੋਲੋਜੀਕਲ ਵਾਰ ਜਿਹੜੀ ਹਾਰੀ ਬੈਠੇ ਆ,
ਉਹ ਸਾਈਕੋਲੋਜੀਕਲ ਜਿਹੜਾ ਇੱਕ ਸਾਡੇ ਕੋਲੇ ਐਡਵਾਂਟੇਜ ਸੀ, ਜਾਂ ਇੱਕ ਜਿਹੜਾ ਤੁਸੀਂ ਇਹ ਕਹਿ ਲਓ ਇਸ ਵਾਰ 'ਚ ਸਾਡੇ ਕੋਲੇ ਜਿਹੜਾ ਐਡਵਾਂਟੇਜ ਸੀ, ਉਹ 26 ਨਵੰਬਰ ਤੋਂ 26 ਜਨਵਰੀ ਤੱਕ ਸੀ। 26 ਜਨਵਰੀ ਤੁਹਾਡੀ ਆਪਦੀ ਗਲਤੀ ਨੇ ਉਹ ਐਡਵਾਂਟੇਜ ਸਾਡੇ ਤੋਂ ਖੋਹ ਕੇ ਸਰਕਾਰ ਵਾਲੇ ਪਾਸੇ ਕਰਤਾ। ਅੱਜ ਸਰਕਾਰ ਸਾਡੇ ਤੇ ਹਾਵੀ ਆ, ਨਾ ਤਾਂ ਗੱਲਬਾਤ ਕਰ ਰਹੀ ਆ ਤੇ ਨਾ ਹੀ ਉਹਨਾਂ ਨੂੰ ਕੋਈ ਫਰਕ ਪੈ ਰਿਹਾ, ਨਾ ਹੀ ਦਿੱਲੀ ਨੂੰ ਫਰਕ ਪੈ ਰਿਹਾ। ਸੋ ਅਸੀਂ ਦਿੱਲੀ ਨਹੀਂ ਘੇਰੀ ਬੈਠੇ, ਐਕਚੁਅਲੀ ਦਿੱਲੀ 'ਚ ਅਸੀਂ ਘਿਰ ਗਏ ਹਾਂ। ਅੱਜ ਦੀ ਇਹ ਸਥਿਤੀ ਹੋ ਗਈ ਆ। ਸੋ ਇਹਦਾ ਰਿਵਾਈਵਲ ਵੀ ਸਾਡੀ ਲੀਡਰਸ਼ਿਪ ਤੇ ਡਿਪੈਂਡ ਆ। ਮੈਂ ਲੀਡਰਸ਼ਿਪ ਨੂੰ ਬੇਨਤੀ ਕਰਦਾ, ਇਕੱਠੇ ਬੈਠੀਏ, ਏਕੇ 'ਚ ਪੜਚੋਲ ਕਰੀਏ, ਉਦੋਂ ਬਾਅਦ ਤੁਹਾਡੀ ਅਗਵਾਈ 'ਚ ਪ੍ਰੋਗਰਾਮ ਦਈਏ ਤੇ ਇਸ ਮੋਰਚੇ ਨੂੰ ਆਪਾਂ ਰਿਵਾਈਵ ਕਰੀਏ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਆਉਣ ਵਾਲੇ ਸਮੇਂ 'ਚ ਆਪਾਂ ਬੜੀਆਂ ਹੋਰ ਗੱਲਾਂ ਕਰਾਂਗੇ। ਜਿਉਂਦੇ ਵਸਦੇ ਰਹੋ, ਔਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਅੱਜ ਰੂਬਰੂ ਹੋਣ ਦੀ ਜਿਹੜੀ ਵਜ੍ਹਾ ਉਹ ਇਹ ਆ ਕਿ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ, ਸਾਡੀ ਲੀਡਰਸ਼ਿਪ ਨੇ ਇੱਕ ਨਵਾਂ ਪ੍ਰੋਗਰਾਮ ਦਿੱਤਾ, ਜਾਂ ਨਵੇਂ ਪ੍ਰੋਗਰਾਮ ਦਿੱਤੇ ਆ ਆਉਣ ਵਾਲੇ ਦਿਨਾਂ 'ਚ ਕਿਸਾਨੀ ਮੋਰਚੇ ਨੂੰ, ਸਾਡੇ ਜਿਹੜੇ ਮੋਰਚੇ ਨੂੰ ਗਾਂਹ ਵਧਾਉਣ ਵਾਸਤੇ ਜਾਂ ਚਲਾਉਣ ਵਾਸਤੇ। ਹੁਣ ਇਹ ਗੱਲ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਸ ਮਸਲੇ ਨਾਲ, ਇਸ ਮੁੱਦੇ ਨਾਲ, ਸਾਡੇ ਸੰਘਰਸ਼ ਨਾਲ ਅਸੀਂ ਜੁੜੇ ਹੋਏ ਆ। ਲੜਾਈ ਕਿਸਾਨੀ ਤੱਕ ਇਕੱਲੀ ਸੀਮਤ ਨਹੀਂ ਆ, ਲੜਾਈ ਸਾਡੀ ਹੋਂਦ ਦੀ ਆ, ਲੜਾਈ ਸਾਡੀ ਪਛਾਣ ਦੀ ਆ, ਲੜਾਈ ਸਾਡੇ ਵਾਸਤੇ ਸਾਡੀਆਂ ਉਹ ਜ਼ਮੀਨਾਂ ਦੀ ਆ ਜਿਹਦੇ ਨਾਲ ਸਾਡਾ ਸੱਭਿਆਚਾਰ ਜੁੜਿਆ ਹੋਇਆ, ਜਿਹਦੇ ਨਾਲ ਸਾਡੀ ਸਿਆਸਤ ਜੁੜੀ ਹੋਈ।